ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ। ਪੰਜਾਬ 6 ਪੇ ਕਮਿਸ਼ਨ ਦੇਖੋ 2.25 2.59 ਅਤੇ 15% ਵਾਧੇ ਨਾਲ ਤੁਹਾਡੀ ਕਿੰਨੀ ਸੈਲਰੀ ਬਣੇਗੀ, ਕਿਸ ਵਿੱਚ ਘਾਟਾ ਹੈ, ਕਿਸ ਵਿੱਚ ਫਾਇਦਾ ਹੈ। ਨਵੇਂ ਫੈਕਟਰ 3.06 ਬਾਰੇ ਜਾਣਕਾਰੀ ਫੁੱਲ ਸੈਲਰੀ ਕੈਲਕੂਲੇਸ਼ਨ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਵਿੱਚ ਦੱਸਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ ਤੇ ਨਵੇਂ ਆਏ ਹਨ, ਜਿਨ੍ਹਾਂ ਨੇ ਇਹ ਵਾਲੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ, ਤਾਂ ਹਰ ਇੱਕ ਲੇਟੈਸਟ ਅਪਡੇਟ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਅਸੀਂ ਇਸ ਚੈਨਲ ਤੇ ਤੁਹਾਡੇ ਲਈ ਹਰ ਇੱਕ ਲੇਟੈਸਟ ਅਪਡੇਟ ਲੈ ਕੇ ਆਉਂਦੇ ਹਾਂ ਅਤੇ ਤੁਸੀਂ ਆਪਣੇ ਜੋ ਵਿਊਜ਼ ਹਨ ਜਾਂ ਕੋਈ ਕੁਐਸਚਨ ਹਨ ਉਹ ਕਮੈਂਟ ਬਾਕਸ ਵਿੱਚ ਲਿਖ ਕੇ ਪੁੱਛ ਸਕਦੇ ਹੋ। ਸੋ ਆਓ ਹੁਣ ਅਸੀਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਇੱਥੇ ਅਸੀਂ ਐਗਜ਼ਾਮਪਲ ਲਈ ਹੈ ਉਸ EMPLOYEE ਦੀ ਜਿਸ ਦੀ ਪੇ ਹੈ 10,334,800 ਪਲੱਸ 5,000 ਗ੍ਰੇਡ ਪੇ ਅਤੇ ਇਹਨਾਂ ਦੀ ਜੋ ਅਪਾਇੰਟਮੈਂਟ ਹੈ ਉਹ ਹੈ 1/9/2013 ਦੀ। ਸੋ ਡੇਟ ਆਫ ਜੁਆਇਨਿੰਗ ਹੈ 1/9/2013 ਅਤੇ ਇਹਨਾਂ ਦਾ ਪੇ ਬੈਂਡ ਹੈ ਐਜ਼ ਪਰ 5th ਪੇ ਕਮਿਸ਼ਨ 10,334,800। ਗ੍ਰੇਡ ਪੇ ਹੈ ਐਜ਼ ਪਰ 5th ਪੇ ਕਮਿਸ਼ਨ 4400 ਰੁਪਏ। ਪੇ ਬੈਂਡ ਆਫਟਰ ਰੀ ਰਿਵੀਜ਼ਨ ਇਨ 2011 ਤਾਂ ਇਹਨਾਂ ਕੋਲ ਪੇ ਬੈਂਡ 2011 ਦੇ ਵਿੱਚ ਰਿਵਾਈਜ਼ ਹੋ ਕੇ 10,334,800 ਹੈ। ਉਸ ਤੋਂ ਬਾਅਦ ਇਹਨਾਂ ਦਾ ਜੋ ਗ੍ਰੇਡ ਪੇ ਰਿਵਾਈਜ਼ ਹੋ ਕੇ 5,000 ਰੁਪਏ ਬਣ ਗਿਆ ਹੈ। ਇਹ ਵਾਲੇ EMPLOYEES ਲੈਵਲ 13 ਦੇ ਵਿੱਚ ਆ ਰਹੇ ਹਨ। ਸੋ ਦੋਸਤੋ 1/9/2013 ਨੂੰ ਇਹਨਾਂ ਦਾ ਜੋ ਪੇ ਬੈਂਡ ਹੈ ਉਹ ਹੈ 13,450, ਗ੍ਰੇਡ ਪੇ ਹੈ 5,000, ਬੇਸਿਕ ਪੇ ਹੈ 18,450 ਜੋ ਕਿ ਇਨੀਸ਼ੀਅਲ ਪੇ ਹੈ। 1/9/2014 ਨੂੰ ਇਹਨਾਂ ਦੀ ਜੋ ਪੇ ਇਨ ਪੇਮੈਂਟ ਹੈ ਉਹ ਹੈ 14,010, ਗ੍ਰੇਡ ਪੇ ਹੈ 5,000, ਬੇਸਿਕ ਪੇ ਹੈ 19,010 ਰੁਪਏ। ਇੱਥੇ ਇਹਨਾਂ ਨੂੰ ਐਨੂਅਲ ਇਨਕਰੀਮੈਂਟ ਲੱਗੀ ਹੈ। ਉਸ ਤੋਂ ਬਾਅਦ 1/9/2015 ਨੂੰ ਇਹਨਾਂ ਦਾ ਜੋ ਪੇ ਬੈਂਡ ਹੈ ਉਹ ਹੈ 14,590, ਗ੍ਰੇਡ ਪੇ ਹੈ 5,000, ਬੇਸਿਕ ਪੇ ਹੈ 19,590। ਇੱਥੇ ਵੀ ਇਹਨਾਂ ਨੂੰ ਐਨੂਅਲ ਇਨਕਰੀਮੈਂਟ ਲੱਗੀ ਹੈ। ਸੋ ਅਸੀਂ ਪਹਿਲਾਂ 2.25 ਦਾ ਫੈਕਟਰ ਲੈਂਦੇ ਹਾਂ। ਅਸੀਂ 19,590 ਨੂੰ 2.25 ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲੇ ਆਉਂਦਾ ਹੈ 44,070.50 ਰੁਪਏ। ਇਸ ਨੂੰ ਅਸੀਂ ਰਾਊਂਡ ਆਫ ਕਰਕੇ 44,078 ਰੁਪਏ ਲਿਖ ਸਕਦੇ ਹਾਂ। ਸੋ ਦੋਸਤੋ ਦੂਸਰਾ ਫੈਕਟਰ ਲੈ ਰਹੇ ਹਾਂ ਅਸੀਂ 2.59, ਜਿਸ ਦੇ ਵਿੱਚ ਅਸੀਂ ਸਾਲ 2011 ਦੇ ਜੋ ਰਿਵੀਜ਼ਨ ਹੋਈ ਸੀ ਉਸ ਦੇ ਸਾਰੇ ਲਾਭ ਛੱਡ ਕੇ ਇੱਥੇ ਉਹ ਫੈਕਟਰ ਲਿੱਤਾ ਹੈ। ਸੋ ਇੱਥੇ ਇਹਨਾਂ ਦੀ ਜੋ ਪੇ ਇਨ ਪੇ ਬੈਂਡ ਹੈ 1/9/2013 ਨੂੰ ਉਹ ਹੈ 13,020 ਰੁਪਏ ਅਤੇ ਗ੍ਰੇਡ ਪੇ ਹੈ 4400 ਰੁਪਏ। ਇੱਥੇ ਧਿਆਨ ਰੱਖਣਾ ਇਹ ਗ੍ਰੇਡ ਪੇ ਪਹਿਲਾਂ ਵਾਲਾ ਹੈ ਕਿਉਂਕਿ ਰਿਵੀਜ਼ਨ ਤੋਂ ਬਾਅਦ ਗ੍ਰੇਡ ਪੇ 5,000 ਹੋ ਗਿਆ ਸੀ। ਸੋ ਇੱਥੇ ਅਸੀਂ ਵਿਦਆਊਟ ਰਿਵੀਜ਼ਨ ਵਾਲਾ ਗ੍ਰੇਡ ਪੇ ਲੈ ਰਹੇ ਹਾਂ। ਬੇਸਿਕ ਪੇ ਹੈ 17,420 ਰੁਪਏ ਅਤੇ ਇਹ ਇਨੀਸ਼ੀਅਲ ਪੇ ਹੈ। 1/9/2014 ਨੂੰ ਜੋ ਇਹਨਾਂ ਦਾ ਪੇ ਬੈਂਡ ਹੈ ਉਹ ਹੈ 13,550 ਰੁਪਏ, ਗ੍ਰੇਡ ਪੇ ਹੈ 4400, ਬੇਸਿਕ ਪੇ ਹੈ 17,950 ਰੁਪਏ। ਇੱਥੇ ਐਨੂਅਲ ਇਨਕਰੀਮੈਂਟ ਲੱਗੀ ਹੈ। ਉਸ ਤੋਂ ਬਾਅਦ ਹੈ 1/9/2015 ਨੂੰ ਜੋ ਪੇ ਬੈਂਡ ਹੈ ਉਹ ਹੈ 14,090, ਗ੍ਰੇਡ ਪੇ ਹੈ 4400, ਬੇਸਿਕ ਪੇ ਹੈ 18,490। ਇੱਥੇ ਵੀ ਐਨੂਅਲ ਇਨਕਰੀਮੈਂਟ ਲੱਗੀ ਹੈ। ਸੋ ਅਸੀਂ 18,490 ਨੂੰ 2.59 ਦੇ ਫੈਕਟਰ ਨਾਲ ਗੁਣਾ ਕੀਤਾ ਤਾਂ ਸਾਡੇ ਕੋਲੇ ਆਇਆ 47,899 ਰੁਪਏ 0.10 ਪੈਸੇ। ਸੋ ਇਸ ਨੂੰ ਰਾਊਂਡ ਆਫ ਕਰਕੇ ਅਸੀਂ ਲਿਖ ਸਕਦੇ ਹਾਂ 47,899 ਰੁਪਏ। ਸੋ ਦੋਸਤੋ ਇਹ ਵਾਲੀ ਜੋ ਸੈਲਰੀ ਹੈ ਉਹ ਸੈੱਲ 3 ਦੇ ਵਿੱਚ ਲੈਵਲ 13 ਦੇ ਵਿੱਚ 48,800 ਦੇ ਵਿੱਚ ਆ ਰਹੀ ਹੈ। ਸੋ ਇੱਥੇ ਅਸੀਂ ਜੋ ਬੇਸਿਕ ਸੈਲਰੀ ਮੰਨਾਂਗੇ ਉਹ ਹੈ 48,800 ਰੁਪਏ। ਹੁਣ ਅਸੀਂ ਸਟੈਪ 2 ਦੇਖਦੇ ਹਾਂ ਜਿੱਥੇ ਅਸੀਂ ਮਿਨੀਮਮ 15% ਵਾਧਾ ਅਤੇ 113% DA ਲਗਾਵਾਂਗੇ। ਸੋ ਇੱਥੇ ਜੋ ਪੇ ਬੈਂਡ ਹੈ ਐਜ਼ ਔਨ 13/12/2015 ਉਹ ਹੈ 14,590 ਰੁਪਏ, ਗ੍ਰੇਡ ਪੇ ਹੈ 13/12/2015 ਤੱਕ 5,000 ਰੁਪਏ, ਬੇਸਿਕ ਪੇ ਹੈ 19,590 ਰੁਪਏ। ਸੋ ਇੱਥੇ ਪਹਿਲਾਂ ਅਸੀਂ 113% DA ਲਵਾਂਗੇ। ਅਸੀਂ 19,590 ਨੂੰ 113% ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ ਆਇਆ 22,137 ਰੁਪਏ। ਸੋ ਅਸੀਂ ਇੱਥੇ 19,590 ਦੇ ਵਿੱਚ 22,137 ਨੂੰ ਜੋੜਦੇ ਹਾਂ ਤਾਂ ਸਾਡੇ ਕੋਲੇ ਆਉਂਦਾ ਹੈ 41,727 ਰੁਪਏ ਜੋ ਕਿ ਬੇਸਿਕ ਪੇ ਪਲੱਸ DA ਹੈ। ਸੋ ਦੋਸਤੋ ਹੁਣ ਅਸੀਂ ਇਸ ਦੇ ਉੱਪਰ 15% ਦਾ ਜੋ ਵਾਧਾ ਹੈ ਉਹ ਲਗਾਵਾਂਗੇ ਤਾਂ ਅਸੀਂ 41,727 ਦਾ ਜੋ 15% ਹੈ ਉਹ ਕੱਢਾਂਗੇ। ਉਹ ਆਉਂਦਾ ਹੈ 6259 ਰੁਪਏ।
ਹੁਣ ਅਸੀਂ ਇਸ ਨੂੰ ਜੋ ਬੇਸਿਕ ਪੇ ਪਲੱਸ ਡੀਏ ਹੈ ਉਸ ਦੇ ਵਿੱਚ ਐਡ ਕਰਾਂਗੇ ਤਾਂ ਸਾਡੇ ਕੋਲੇ ਆਉਂਦਾ ਹੈ 47,986 ਰੁਪਏ। ਸੋ ਦੋਸਤੋ ਪਹਿਲਾਂ ਜੋ ਅਸੀਂ ਸਟੈਪ 1 ਦੇ ਵਿੱਚ ਕੈਲਕੂਲੇਸ਼ਨ ਕੀਤੀ ਸੀ ਉੱਥੇ ਸਾਡੇ ਕੋਲ ਬਣਿਆ ਸੀ 48,800 ਰੁਪਏ। ਸੋ ਸਟੈਪ 2 ਦੇ ਵਿੱਚ ਸਾਡੀ ਜੋ ਬੇਸਿਕ ਪੇ ਬਣੀ ਹੈ ਉਹ ਹੈ 47,986 ਰੁਪਏ। ਸੋ ਤੁਸੀਂ ਇੱਥੇ ਸਾਫ਼-ਸਾਫ਼ ਦੇਖ ਰਹੇ ਹੋ ਕਿ 15% ਵਾਧਾ ਅਤੇ 113% ਡੀਏ ਲੈ ਕੇ ਵੀ ਜੋ ਸੈਲਰੀ ਬਣ ਰਹੀ ਹੈ ਉਹ ਤੁਹਾਡੀ ਘੱਟ ਬਣ ਰਹੀ ਹੈ। ਸੋ ਇਸ ਲਈ ਜੋ ਮੁਲਾਜ਼ਮ ਹਨ ਉਹ ਨਵੀਆਂ ਫੈਕਟਰ ਦੀਆਂ ਅਤੇ ਨਵੇਂ ਡੀਏ ਅਤੇ ਨਵੇਂ ਵਾਧੇ ਦੀ ਗੱਲ ਕਰ ਰਹੇ ਹਨ, ਕਿਉਂਕਿ 113% ਡੀਏ ਅਤੇ 15% ਵਾਧੇ ਦੇ ਨਾਲ ਸੈਲਰੀ ਉੱਤੇ ਕੁਝ ਖਾਸ ਫਰਕ ਨਹੀਂ ਪੈ ਰਿਹਾ ਹੈ। ਸੋ ਦੋਸਤੋ ਇੱਥੇ ਤੁਹਾਨੂੰ ਫਰਕ ਸਾਫ਼ ਦਿਖਾਈ ਦੇ ਰਿਹਾ ਹੋਵੇਗਾ। ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਸੋ ਦੋਸਤੋ ਇੱਥੇ ਅਸੀਂ ਐਗਜ਼ਾਮਪਲ ਲੈਂਦੇ ਹਾਂ ਉਸ EMPLOYE ਦੀ ਜਿਸ ਦੀ ਜੋ ਸੈਲਰੀ ਹੈ ਉਹ ਹੈ 10,334,800 ਪਲੱਸ 3,200 ਗ੍ਰੇਡ ਪੇ ਅਤੇ ਇਸ ਦੀ ਜੋ ਅਪਾਇੰਟਮੈਂਟ ਹੈ ਉਹ ਹੈ 1/9/2013 ਨੂੰ। ਸੋ ਡੇਟ ਆਫ ਜੁਆਇਨਿੰਗ ਹੈ 1/9/2013। ਜੋ ਪੇ ਬੈਂਡ ਹੈ ਐਜ਼ ਪਰ 5th ਪੇ ਕਮਿਸ਼ਨ ਉਹ ਹੈ 5910 20,200 ਰੁਪਏ ਅਤੇ ਜੋ ਗ੍ਰੇਡ ਪੇ ਹੈ ਉਹ ਹੈ 1900 ਰੁਪਏ ਅਤੇ ਜੋ 2011 ਦੇ ਵਿੱਚ ਰਿਵੀਜ਼ਨ ਹੋਈ ਤਾਂ ਇਹਨਾਂ ਦੀ ਜੋ ਪੇ ਬੈਂਡ ਬਣੀ ਉਹ ਹੈ 5910 20,200 ਤੋਂ 10,334,800। ਦੋਸਤੋ ਜੋ ਗ੍ਰੇਡ ਪੇ ਹੈ ਇੱਥੇ 2400 ਤੋਂ ਲੈ ਕੇ 3200 ਰੁਪਏ ਹੋ ਗਿਆ ਹੈ ਜੋ ਕਿ 2011 ਦੀ ਰਿਵੀਜ਼ਨ ਤੋਂ ਬਾਅਦ ਹੋਇਆ ਹੈ। ਸੋ ਅਸੀਂ ਦੇਖਦੇ ਹਾਂ ਸਟੈਪ 1 ਦੇ ਵਿੱਚ ਪਹਿਲਾਂ ਅਸੀਂ 2.25 ਅਤੇ 2.59 ਦੇ ਫੈਕਟਰ ਦੇ ਨਾਲ ਤੁਹਾਨੂੰ ਗੁਣਾ ਕਰਕੇ ਦਿਖਾਵਾਂਗੇ। ਸਭ ਤੋਂ ਪਹਿਲਾਂ ਮੈਥਡ 1 ਦੇ ਵਿੱਚ ਅਸੀਂ ਦੇਖਿਆ ਕਿ ਡੇਟ ਆਫ ਜੁਆਇਨਿੰਗ ਇਹਨਾਂ ਦੀ ਸੀ 1/9/2013 ਨੂੰ, ਪੇ ਬੈਂਡ ਹੈ 10,300, ਗ੍ਰੇਡ ਪੇ ਹੈ 3200, ਬੇਸਿਕ ਪੇ ਹੈ 13,500, ਇਹ ਇਨੀਸ਼ੀਅਲ ਪੇ ਹੈ। 1/9/2014 ਨੂੰ ਜੋ ਪੇ ਬੈਂਡ ਹੈ ਉਹ ਹੈ 10,710, ਗ੍ਰੇਡ ਪੇ ਹੈ 3200, ਬੇਸਿਕ ਪੇ ਹੈ 13,990, ਇੱਥੇ ਐਨੂਅਲ ਇੰਕਰੀਮੈਂਟ ਲੱਗੀ ਹੈ। ਉਸ ਤੋਂ ਬਾਅਦ ਹੈ 1/9/2015 ਨੂੰ ਜੋ ਪੇ ਬੈਂਡ ਹੈ ਉਹ ਹੈ 11,130 ਰੁਪਏ, ਗ੍ਰੇਡ ਪੇ ਹੈ 3200, ਬੇਸਿਕ ਪੇ ਹੈ 14,330 ਰੁਪਏ, ਇੱਥੇ ਵੀ ਐਨੂਅਲ ਇੰਕਰੀਮੈਂਟ ਲੱਗੀ ਹੈ। ਹੁਣ ਅਸੀਂ 14,330 ਨੂੰ 2.25 ਦੇ ਫੈਕਟਰ ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲੇ ਆਉਂਦਾ ਹੈ 32,242.5 ਰੁਪਏ, ਜਿਸ ਨੂੰ ਅਸੀਂ ਰਾਉਂਡ ਆਫ ਕਰਕੇ 32,243 ਰੁਪਏ ਲਿਖ ਸਕਦੇ ਹਾਂ। ਸੋ ਦੋਸਤੋ ਉਸ ਤੋਂ ਬਾਅਦ ਅਸੀਂ 2.59 ਦਾ ਫੈਕਟਰ ਲੈ ਰਹੇ ਹਾਂ। 2.59 ਦੇ ਫੈਕਟਰ ਦੇ ਵਿੱਚ ਅਸੀਂ ਫਿਰ ਆਪਣੇ 2011 ਵਾਲੇ ਸਾਰੇ ਲਾਭ ਛੱਡਾਂਗੇ ਅਤੇ ਇੱਥੇ ਸਾਡੇ ਕੋਲੇ ਜੋ 1/9/2013 ਨੂੰ ਪੇ ਬੈਂਡ ਹੈ ਉਹ ਹੈ 5910, ਗ੍ਰੇਡ ਪੇ ਹੈ 1900, ਬੇਸਿਕ ਪੇ ਹੈ 7810, ਇਹ ਇਨੀਸ਼ੀਅਲ ਪੇ ਹੈ। ਉਸ ਤੋਂ ਬਾਅਦ 1/9/2014 ਨੂੰ ਜੋ ਪੇ ਬੈਂਡ ਹੈ ਉਹ ਹੈ 6150, ਗ੍ਰੇਡ ਪੇ ਹੈ 1900, ਬੇਸਿਕ ਪੇ ਹੈ 8050, ਇੱਥੇ ਐਨੂਅਲ ਇੰਕਰੀਮੈਂਟ ਲੱਗੀ ਹੈ। ਉਸ ਤੋਂ ਬਾਅਦ 1/9/2015 ਨੂੰ ਜੋ ਪੇ ਬੈਂਡ ਹੈ 6400, ਗ੍ਰੇਡ ਪੇ ਹੈ 1900, ਬੇਸਿਕ ਪੇ ਹੈ 8300, ਇੱਥੇ ਵੀ ਐਨੂਅਲ ਇੰਕਰੀਮੈਂਟ ਲੱਗੀ ਹੈ। ਅਸੀਂ ਹੁਣ 8300 ਨੂੰ 2.59 ਦੇ ਫੈਕਟਰ ਦੇ ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲੇ ਆਇਆ 21,497 ਰੁਪਏ। ਸੋ ਦੋਸਤੋ ਇਹ ਸਾਡੇ ਕੋਲੇ ਆਇਆ 2.59 ਦੇ ਫੈਕਟਰ ਦੇ ਨਾਲ ਗੁਣਾ ਕਰਕੇ। ਸਾਡੇ ਕੋਲੇ ਜੋ 2.25 ਦਾ ਫੈਕਟਰ ਸੀ ਉੱਥੇ ਬਣਿਆ ਸੀ 32,242 ਰੁਪਏ ਅਤੇ ਜੋ 2.59 ਦਾ ਫੈਕਟਰ ਹੈ ਉੱਥੇ ਸਾਡੇ ਕੋਲੇ ਬਣਿਆ 21,497 ਰੁਪਏ। ਸੋ ਇਹ ਵਾਲਾ EMPLOYE ਜੋ ਹੈ ਲੈਵਲ 3 ਦੇ ਵਿੱਚ ਸੈੱਲ ਨੰਬਰ 17 ਦੇ ਵਿੱਚ ਜਾ ਕੇ ਇਹਨਾਂ ਦੀ ਸੈਲਰੀ ਬਣੀ 32,300 ਰੁਪਏ। ਦੋਸਤੋ ਇਸ ਤੋਂ ਬਾਅਦ ਸਟੈਪ 2 ਦੇਖਦੇ ਹਾਂ ਜਿਸ ਦੇ ਵਿੱਚ 15% ਵਾਧਾ ਅਤੇ 113% ਅਸੀਂ ਡੀਏ ਲਗਾ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਜੋ ਇੱਥੇ ਪੇ ਬੈਂਡ ਹੈ ਉਹ ਹੈ 11,130 ਰੁਪਏ ਜੋ ਕਿ 13/12/2015 ਨੂੰ ਹੈ। ਗ੍ਰੇਡ ਪੇ ਹੈ 13/12/2015 ਤੱਕ 3200 ਰੁਪਏ, ਬੇਸਿਕ ਪੇ ਹੈ 14,330 ਰੁਪਏ, ਇੱਥੇ ਅਸੀਂ 113% ਡੀਏ ਲਗਾਉਂਦੇ ਹਾਂ ਬੇਸਿਕ ਪੇ ਦੇ ਉੱਪਰ। ਅਸੀਂ 14,330 ਨੂੰ 113% ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ ਆਉਂਦਾ ਹੈ 16,193 ਰੁਪਏ। ਹੁਣ ਇੱਥੇ ਅਸੀਂ ਬੇਸਿਕ ਪੇ ਪਲੱਸ ਡੀਏ ਕਰਾਂਗੇ, ਉਹ ਸਾਡੇ ਕੋਲੇ ਆਉਂਦਾ ਹੈ 30,523 ਰੁਪਏ। ਹੁਣ ਅਸੀਂ 30,523 ਦਾ 15% ਕੱਢਾਂਗੇ, ਉਹ ਆਉਂਦਾ ਹੈ 4,578 ਰੁਪਏ। ਹੁਣ ਇੱਥੇ ਅਸੀਂ ਦੋਨਾਂ ਨੂੰ ਜੋੜ ਕਰਾਂਗੇ ਤਾਂ ਸਾਡੇ ਕੋਲੇ ਆਉਂਦਾ ਹੈ 35,101 ਰੁਪਏ।
ਸੋ ਦੋਸਤੋ ਇਹ ਤੁਹਾਡੀ ਸੈਲਰੀ 15% ਵੱਧਦੀ ਅਤੇ 113% ਡੀਏ ਦੇ ਨਾਲ ਬਣਦੀ ਹੈ। ਪਹਿਲਾਂ ਅਸੀਂ ਦੇਖਿਆ ਸੀ ਕਿ ਜੋ ਸਟੈਪ 1 ਦੇ ਵਿੱਚ ਸੈਲਰੀ ਬਣੀ ਸੀ 32300 ਅਤੇ ਸਟੈਪ 2 ਦੇ ਵਿੱਚ 15% ਦੇ ਵਾਧੇ ਦੇ ਨਾਲ ਸੈਲਰੀ ਬਣੀ 35101 ਰੁਪਏ। ਇਹ ਵਾਲੇ EMPLOYE ਸੀ ਜੋ ਸੈਲਰੀ ਹੈ 15% ਵਾਧਾ ਲੈਣ ਦੇ ਨਾਲ ਵੱਧਦੀ ਹੈ। ਪਰ ਦੋਸਤੋ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਇਹ ਵਾਲਾ ਵਾਧਾ ਲੈਣ ਤੇ ਤੁਹਾਡੇ ਜੋ 66 ਮਹੀਨਿਆਂ ਦਾ ਬਕਾਇਆ ਹੈ ਉਹ ਨਹੀਂ ਮਿਲੇਗਾ। ਉਹ ਬਕਾਇਆ ਤੁਹਾਡਾ ਸਰਕਾਰ ਨਹੀਂ ਦੇਗੀ, ਕਿਉਂਕਿ ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਅਗਰ ਤੁਸੀਂ ਫੈਕਟਰ ਲੈਂਦੇ ਹੋ ਤਾਂ ਬਕਾਇਆ ਤੁਹਾਨੂੰ ਕਿਸ਼ਤਾਂ ਵਿੱਚ ਮਿਲ ਜਾਏਗਾ। ਅਗਰ ਤੁਸੀਂ ਇਹ ਵਾਲਾ ਵਾਧਾ ਲੈਂਦੇ ਹੋ ਤਾਂ ਤੁਹਾਨੂੰ 66 ਮਹੀਨਿਆਂ ਦਾ ਕੋਈ ਵੀ ਬਕਾਇਆ ਨਹੀਂ ਮਿਲੇਗਾ। ਇਹ ਗੱਲ ਸਾਫ਼-ਸਾਫ਼ ਨੋਟੀਫਿਕੇਸ਼ਨ ਦੇ ਵਿੱਚ ਲਿਖੀ ਗਈ ਹੈ। ਸੋ ਦੋਸਤੋ ਜੋ ਇਹ ਵਾਲੇ ਫੈਕਟਰ ਹਨ ਅਤੇ ਇਹ ਵਾਲਾ ਜੋ ਵਾਧੇ ਵਾਲਾ ਨੋਟੀਫਿਕੇਸ਼ਨ ਹੈ ਉਸ ਦੇ ਨਾਲ ਮੁਲਾਜ਼ਮਾਂ ਨੂੰ ਕੋਈ ਫਰਕ ਨਹੀਂ ਜ਼ਿਆਦਾ ਪੈ ਰਿਹਾ ਹੈ। ਬਿਲਕੁਲ ਹੀ ਨਾਮਾਤਰ ਤਨਖਾਹ ਦੇ ਵਿੱਚ ਫਰਕ ਪੈ ਰਿਹਾ ਹੈ, ਜਿਸ ਦੇ ਕਾਰਨ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ 3.06 ਦਾ ਨਵਾਂ ਫੈਕਟਰ ਲਿਆਂਦਾ ਜਾਵੇ ਅਤੇ ਜੋ ਅਨਰਿਵਾਈਜ਼ ਤੇ ਪਾਰਸ਼ਲੀ ਰਿਵਾਈਜ਼ ਕੈਟੇਗਰੀਜ਼ ਹਨ ਉਹਨਾਂ ਲਈ ਵੀ ਨਵਾਂ ਫੈਕਟਰ ਲਿਆਂਦਾ ਜਾਵੇ। ਅਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ 113% ਡੀਏ ਅਤੇ 15% ਵਾਧਾ ਛੱਡ ਕੇ 125% ਡੀਏ ਅਤੇ 20% ਦਾ ਘੱਟੋ ਘੱਟ ਵਾਧਾ ਦਿੱਤਾ ਜਾਵੇ ਅਤੇ ਜੋ ਇਹ ਵਾਲੇ ਨੋਟੀਫਿਕੇਸ਼ਨ ਪਹਿਲਾਂ ਨਿਕਲੇ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ। ਸੋ ਦੋਸਤੋ ਸਾਨੂੰ ਸਭ ਨੂੰ ਇਸ ਦੇ ਲਈ ਸੰਘਰਸ਼ ਕਰਨਾ ਪਏਗਾ ਤਾਂ ਹੀ ਜੋ ਸਾਡੀ ਬਣਦੀਆਂ ਮੰਗਾਂ ਹਨ ਉਹ ਸਰਕਾਰ ਦੇ ਵੱਲੋਂ ਪੂਰੀਆਂ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪ ਸਭ ਨੂੰ ਇਹ ਵਾਲੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ ਅਤੇ ਆਪ ਸਭ ਨੂੰ ਇਹ ਜ਼ਰੂਰ ਸਮਝ ਦੇ ਵਿੱਚ ਆ ਗਿਆ ਹੋਏਗਾ। ਤੁਹਾਡੇ ਜੋ ਵੀ ਕੁਐਸਚਨਸ ਹਨ, ਕੁਐਰੀਜ਼ ਹਨ, ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਪੁੱਛ ਸਕਦੇ ਹੋ। ਹੋਰ ਵਧੇਰੇ ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟਸ ਦੇ ਲਈ ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।